ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਟੂ ਮੈਂਟੋਰ ਦਲਜੀਤ ਟੈਕ ਅਕੈਡਮੀ। ਅਸੀਂ ਕਰ ਰਹੇ ਹਾਂ ਆਪਣੀ ਵੈਬ ਡਿਵੈਲਪਮੈਂਟ ਸੀਰੀਜ਼ ਦੇ ਅੰਦਰ HTML, CSS ਐਂਡ ਜਾਵਾਸਕ੍ਰਿਪਟ ਔਰ ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਰੀਅਲ ਐਪਲੀਕੇਸ਼ਨ ਦੇ ਬਾਰੇ। ਜੀ ਹਾਂ, ਅਸੀਂ ਡਿਵੈਲਪ ਕਰਨ ਜਾ ਰਹੇ ਹਾਂ ਇੱਕ ਸਮਾਲ ਐਪਲੀਕੇਸ਼ਨ ਔਰ ਉਹ ਐਪਲੀਕੇਸ਼ਨ ਹੈ ਕੈਲਕੂਲੇਟਰ। ਸਿੰਪਲ ਕੈਲਕੂਲੇਟਰ ਕੁਝ ਇਸ ਤਰੀਕੇ ਦਾ ਹੋਏਗਾ। ਉਹ ਕੈਲਕੂਲੇਟਰ ਜਿਸ ਦੇ ਵਿੱਚ ਅਸੀਂ ਕੈਲਕੂਲੇਸ਼ਨ ਪਰਫਾਰਮ ਕਰ ਸਕਦੇ ਹਾਂ। We can enter two numbers like this. We can use the plus, minus, multiplication and division symbols. इन operators ਨੂੰ use ਕਰਕੇ ਅਸੀਂ ਜੋ ਵੀ calculation चाहिए ਉਹ ਕਰ ਸਕਦੇ ਹਾਂ ਔਰ ਸਾਡਾ result ਜੋ ਹੈ ਉਹ ਨੀਚੇ display ਹੋ ਜਾਏਗਾ। clear button ਵੀ ਕੰਮ ਕਰੇਗਾ ਔਰ ਇਸੇ ਤਰ੍ਹਾਂ ਦਾ ਬਿਲਕੁਲ exactly same calculator ਅਸੀਂ ਅੱਜ ਦੇ lesson ਦੇ ਵਿੱਚ design ਕਰਾਂਗੇ। Let's dive in. So ਅੱਜ ਦੇ lesson ਦੇ ਲਈ calculator.html ਅੱਜ ਦੀ ਫਾਈਲ create ਕਰ ਰਹੀ ਹੈ। ਉਸ ਤੋਂ ਬਾਅਦ ਵਿੱਚ ਅਸੀਂ ਪਹਿਲਾ step ਕੀ ਕਰਦੇ ਹਾਂ ਕਿ HTML ਦਾ structure code ਲੈ ਕੇ ਆਵਾਂਗੇ exclamation mark ਔਰ ਟੈਬ ਕੀ ਦੇ ਨਾਲ। ਉਸ ਤੋਂ ਬਾਅਦ ਵਿੱਚ ਹੁਣ ਹੈ ਸਾਡੀ ਕੈਲਕੂਲੇਟਰ ਡਿਜ਼ਾਈਨ ਦੇ ਵਿੱਚ ਕੀ ਹੋਏਗਾ। ਸੋ ਟਾਈਟਲ ਨੂੰ ਚੇਂਜ ਕਰ ਰਹੀ ਹਾਂ। ਸਭ ਤੋਂ ਪਹਿਲੇ ਇਸ ਦਾ ਨਾਮ ਰੱਖ ਰਹੀ ਹਾਂ ਕੈਲਕੂਲੇਟਰ ਔਰ ਬੋਡੀ ਸੈਕਸ਼ਨ ਦੇ ਅੰਦਰ ਕੈਲਕੂਲੇਟਰ ਕ੍ਰੀਏਟ ਕਰਨ ਦੇ ਲਈ ਸਭ ਤੋਂ ਪਹਿਲੇ ਚੈੱਕ ਕਰੋ ਕਿ ਇਸ ਦੇ ਅੰਦਰ ਕੀ ਹੈ। ਸਾਡੇ ਕੋਲ ਦੋ ਟੈਕਸਟ ਬਾਕਸਸ ਨੇ, ਉਸ ਤੋਂ ਬਾਅਦ 4 ਆਪਰੇਸ਼ਨਲ ਬਟਨਸ ਨੇ, ਇੱਕ ਕਲੀਅਰ ਦਾ ਬਟਨ ਹੈ ਔਰ ਰਿਜ਼ਲਟ ਡਿਸਪਲੇ ਹੋ ਰਿਹਾ ਹੈ। ਸੋ ਸਾਡੇ ਕੋਲ ਦੋ ਇਨਪੁਟ ਬਾਕਸਸ, ਦੈਨ 4 ਬਟਨਸ, 5 ਬਟਨਸ, 5th ਇਜ਼ ਕਲੀਅਰ ਬਟਨ ਔਰ ਰਿਜ਼ਲਟ ਸੈਕਸ਼ਨ। ਸੋ ਇਸੇ ਤਰੀਕੇ ਦੀ ਕੋਡਿੰਗ ਅਸੀਂ ਕਰਨੀ ਹੈ। ਬੋਡੀ ਸੈਕਸ਼ਨ ਦੇ ਅੰਦਰ ਅਸੀਂ ਇੱਕ ਡਿਵ ਲੈ ਲਾਂਗੇ ਜਿਸ ਨੂੰ ਅਸੀਂ ਇੱਕ ਕਲਾਸ ਕੈਲਕੂਲੇਟਰ ਦੇ ਨਾਲ ਸਟਾਈਲ ਕਰਾਂਗੇ, ਜਿਸ ਨੂੰ ਅਸੀਂ ਕੈਲਕੂਲੇਟਰ ਕਲਾਸ ਦੇ ਅੰਦਰ ਜਿਸ ਦੀ ਕਿ ਸਾਰੀ ਸਟਾਈਲਿੰਗ ਜੋ ਹੈ ਅਸੀਂ ਕਰ ਦਾਂਗੇ ਔਰ ਉਸ ਤੋਂ ਬਾਅਦ ਵਿੱਚ ਸਾਡੇ ਕੋਲ ਆਏਗਾ ਹੈਡਿੰਗ ਜਿਸ ਦੇ ਵਿੱਚ ਅਸੀਂ ਲਿਖ ਰਹੇ ਹਾਂ ਕੈਲਕੂਲੇਟਰ। ਹੈਡਿੰਗ ਤੋਂ ਬਾਅਦ ਵਿੱਚ ਸਾਡੇ ਕੋਲ 4 ਬਟਨਸ ਹੋਣਗੇ। ਹੈਡਿੰਗ ਤੋਂ ਬਾਅਦ ਵਿੱਚ ਸਾਡੇ ਕੋਲ ਹੈ 2 ਇਨਪੁਟ ਬਾਕਸਸ। ਸੋ 2 ਇਨਪੁਟ ਬਾਕਸਸ ਲੈਣ ਦੇ ਲਈ ਇਨਪੁਟ ਟਾਈਪ ਇਜ਼ ਇਕੁਅਲ ਟੂ ਟੈਕਸਟ ਦੀ ਜਗ੍ਹਾ ਤੇ ਅਸੀਂ ਨੰਬਰ ਲਿਖਾਂਗੇ ਸੋ ਦੈਟ ਕਿ ਸਾਡੇ ਕੋਲ ਇਸ ਦੇ ਵਿੱਚ ਅਸੀਂ ਨੰਬਰ ਐਂਟਰ ਕਰ ਸਕੀਏ ਔਰ ਇਸ ਇਨਪੁਟ ਬਾਕਸ ਨੂੰ ਕੋਈ ਆਈਡੀ ਦਿੰਦੇ ਹਾਂ। ਆਈਡੀ ਹੈ ਸਪੋਜ਼ ਨੰਬਰ 1, num1 ਔਰ ਸਿਮਿਲਰਲੀ ਅਸੀਂ ਦੂਸਰਾ ਟੈਕਸਟ ਬਾਕਸ ਲਗਾ ਰਹੇ ਹਾਂ ਇਨਪੁਟ ਟਾਈਪ ਇਜ਼ ਇਕੁਅਲ ਟੂ ਨੰਬਰ ਅਗੇਨ ਔਰ ਸਿਮਿਲਰਲੀ ਇਸ ਦਾ ਆਈਡੀ ਅਸੀਂ ਰੱਖ ਰਹੇ ਹਾਂ num2। ਇਨਪੁਟ ਬਾਕਸਸ ਲਗਾਉਣ ਤੋਂ ਬਾਅਦ ਸਾਡੇ ਕੋਲ ਨੈਕਸਟ ਹੈ 4 ਆਪਰੇਸ਼ਨਲ ਬਟਨਸ ਔਰ ਉਹਨਾਂ ਬਟਨਸ ਨੂੰ ਲਗਾਉਣ ਦੇ ਲਈ ਮੈਂ ਫਿਰ ਇੱਕ div section ਲੈ ਰਹੀ ਹਾਂ ਤਾਂ ਕਿ ਅਸੀਂ ਬਟਨਸ ਦੀ ਸਟਾਈਲਿੰਗ ਕਰ ਸਕੀਏ। ਸੋ ਉਸ ਦੇ ਉੱਪਰ ਅਸੀਂ ਕਲਾਸ ਲਗਾ ਦਾਂਗੇ ਬਟਨਸ ਜਿਸ ਦੇ ਨਾਲ ਅਸੀਂ ਸਟਾਈਲਿੰਗ ਕਰਾਂਗੇ ਔਰ ਇਸ div section ਦੇ ਅੰਦਰ ਹੋਣਗੇ 4 ਬਟਨਸ। ਫਰਸਟ ਬਟਨ ਜੋ ਹੈ ਉਸ ਦੇ ਉੱਪਰ ਸਾਡੇ ਕੋਲ ਪਲੱਸ ਦਾ ਸਿੰਬਲ ਆ ਰਿਹਾ ਹੈ ਔਰ ਇਸ ਬਟਨ ਦੇ ਲਈ ਇਸ ਬਟਨ ਦਾ ਆਈਡੀ ਰੱਖ ਰਹੇ ਹਾਂ this is add button। ਸਿਮਿਲਰਲੀ ਅਸੀਂ 4 ਬਟਨ ਜੋ ਹੈ ਉਹ create ਕਰਨੇ ਨੇ। You can copy paste or create new buttons। So addition, then subtraction button और इस का नाम है sub button। Then third is multiplication button। You can add more buttons पर मैं 4 ही buttons add करके ਤੁਹਾਨੂੰ ਇਹ calculator ਦੀ working explain ਕਰਾਂਗੀ, ठीक है। सो नेक्स्ट जो बटन है मल्टीप्लिकेशन तो बाद डिवीजन बटन। सो डिव बटन उसका आईडी हो गया और सिंबल भी चेंज करने ने असी मल्टीप्लिकेशन दे लई असी स्टार दा सिंबल ਜਾਂ फिर मल्टीप्लिकेशन लई एक्स सिंबल बना सकते हो क्रॉस सिंबल और दिस इज डिवीजन सिंबल। 4 बटन्स लगा ले। ਜਿਹੜਾ ਰਿਜ਼ਲਟ ਸੈਕਸ਼ਨ ਹੈ ਉਸ ਨੂੰ ਅਸੀਂ ਡਿਸਪਲੇ ਕਰਾਵਾਂਗੇ ਇੱਕ ਪੈਰਾਗ੍ਰਾਫ ਦੇ ਅੰਦਰ। ਸੋ ਉਸ ਦੇ ਲਈ ਮੈਂ P ले लिया है और इस पैराग्राफ का जो आईडी है वो मैं रख लिया है रिजल्ट बिकॉज दिस इज माय रिजल्ट सेक्शन और इस रिजल्ट सेक्शन के अंदर असी रिजल्ट टेक्स्ट डिस्प्ले करवा देने हैं। सो एक क्लियर बटन भी असी लगाना सी। सो डिव सेक्शन तो बाद विच असी एक क्लियर बटन भी लगा रहे हैं। सो दिस इज अनदर बटन और इसका आईडी जो है वो चेंज करके रख रहे हैं क्लियर CLR बटन और इसके ऊपर जो लिखा जाएगा वो है क्लियर। सो ਅਸੀਂ ਕੋਈ ਸਟਾਈਲਿੰਗ ਨਹੀਂ ਕੀਤੀ ਪਰ HTML ਦੇ ਨਾਲ ਕੁਝ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਅੰਦਰ ਅਸੀਂ H2 ਦੇ ਅੰਦਰ ਕੈਲਕੂਲੇਟਰ ਲਿਆ। ਆਈ ਐਮ ਰਿਪੀਟਿੰਗ ਦਿਸ ਥਿੰਗ। ਇਨਪੁਟਸ ਲੈ ਜਿਨ੍ਹਾਂ ਦੇ ਵਿੱਚ ਅਸੀਂ ਨੰਬਰਸ ਨੂੰ ਇਨਪੁਟ ਕਰ ਸਕੀਏ। ਉਸ ਤੋਂ ਬਾਅਦ ਵਿੱਚ ਅਸੀਂ ਬਟਨਸ ਲੈਣੇ 4 ਆਪਰੇਸ਼ਨਲ ਬਟਨਸ ਪਲੱਸ ਮਾਈਨਸ ਮਲਟੀਪਲੀਕੇਸ਼ਨ ਡਿਵੀਜ਼ਨ ਔਰ ਕਲੀਅਰ ਬਟਨ ਐਂਡ ਦੈਨ ਅਸੀਂ ਲਿਆ ਹੈ ਇੱਕ ਕਲੀਅਰ ਸੈਕਸ਼ਨ ਦੇ ਲਈ ਰਿਜ਼ਲਟ। ਕਲੀਅਰ ਸੈਕਸ਼ਨ ਤੋਂ ਬਾਅਦ ਵਿੱਚ ਅਸੀਂ ਲਿਆ ਹੈ ਰਿਜ਼ਲਟ ਡਿਸਪਲੇ ਕਰਾਉਣ ਦੇ ਲਈ ਇੱਕ ਪੈਰਾਗ੍ਰਾਫ। HTML ਸਟਰਕਚਰ ਕੰਪਲੀਟ ਕਰਨ ਤੋਂ ਬਾਅਦ ਕਿਉਂਕਿ ਇੱਥੇ ਨੇਮ ਦੀ ਜ਼ਰੂਰਤ ਨਹੀਂ ਹੈ ਇਸ ਲਈ ਆਈ ਐਮ ਰਿਮੂਵਿੰਗ ਦਿਸ ਨੇਮ ਫਰਮ ਹੇਅਰ ਔਰ ਇਨਸਟੈਡ ਆਫ ਦਿਸ ਅਸੀਂ ਇਹਦੇ ਵਿੱਚ ਇੱਕ ਹੋਰ ਐਟਰੀਬਿਊਟ ਐਡ ਕਰ ਰਹੇ ਹਾਂ ਦੈਟ ਇਜ਼ ਪਲੇਸ ਹੋਲਡਰ। ਪਲੇਸ ਹੋਲਡਰ ਕੀ ਹੁੰਦਾ ਹੈ ਕਿ ਇਹ ਸਾਨੂੰ ਹਿੰਟ ਦਿੰਦਾ ਹੈ ਕਿ ਅਸੀਂ ਇਸ ਦੇ ਵਿੱਚ ਕੀ ਬਾਕਸ ਦੇ ਵਿੱਚ ਕੀ ਐਂਟਰ ਕਰਨਾ ਹੈ। ਸੋ ਪਲੇਸ ਹੋਲਡਰ ਇਜ਼
id is num1 ਔਰ ਪਲੇਸ ਹੋਲਡਰ ਜੋ ਹੈ ਸਾਡਾ ਉਸ ਦੇ ਵਿੱਚ ਅਸੀਂ ਲਿਖ ਰਹੇ ਹਾਂ enter number first number 1 ਐਂਡ ਸਿਮਿਲਰਲੀ ਸੈਕੰਡ ਪਲੇਸ ਹੋਲਡਰ ਦੇ ਸੈਕੰਡ ਜੋ ਸਾਡੇ ਕੋਲ ਬਾਕਸ ਲਗਾਇਆ ਹੈ ਅਸੀਂ ਇਨਪੁਟ ਬਾਕਸ ਉਸ ਦੇ ਵਿੱਚ ਅਸੀਂ ਲਿਖ ਦਾਂਗੇ enter number 2 ਇਹਦੀ ਐਜ਼ ਇਟ ਇਜ਼ ਕੋਈ ਯੂਜ਼ ਨਹੀਂ ਹੋਏਗੀ ਤਾਂ ਅਸੀਂ ਇਸ ਨੂੰ ਨਾਲ ਹੀ ਐਗਜ਼ੀਕਿਊਟ ਕਰਕੇ ਆਪਣੇ ਪੇਜ ਦੀ ਆਊਟਪੁੱਟ ਦੇਖ ਲੈਂਦੇ ਹਾਂ ਆਫਟਰ ਦੈਟ ਵੀ ਵਿਲ ਮੂਵ ਟੂ ਦ CSS ਪਾਰਟ ਸੋ ਆਈ ਹੈਵ ਟੂ ਇਨਪੁਟ ਬਾਕਸਸ ਬਟਨਸ ਕਲੀਅਰ ਐਂਡ ਰਿਜ਼ਲਟ ਹੁਣ ਸਾਨੂੰ CSS ਸਟਾਈਲਿੰਗ ਕਰਨ ਦੀ ਜ਼ਰੂਰਤ ਹੈ so that my page should look like this page so CSS ਇਸ ਨੂੰ ਥੋੜਾ visibility user friendly ਥੋੜੀ ਸਾਡੀ ਅਪਰੋਚ ਹੋ ਜਾਏਗੀ and it will look nicer it will look better so ਅਸੀਂ ਇਸ ਪੇਜ ਨੂੰ ਹੁਣ ਚੇਂਜ ਕਰਨਾ ਹੈ ਸਾਡੇ ਕੈਲਕੂਲੇਟਰ ਵਾਲੇ ਜੋ ਆ ਰਿਹਾ ਹੈ ਇਸ ਨੂੰ ਅਸੀਂ ਚੇਂਜ ਕਰਨਾ ਹੈ to this style so CSS ਯੂਜ਼ ਕਰਨ ਲਈ ਅਸੀਂ ਅਲੱਗ ਤੋਂ CSS ਫਾਈਲ ਵੀ ਕ੍ਰੀਏਟ ਕਰ ਸਕਦੇ ਹਾਂ ਔਰ ਅਸੀਂ ਇਸ ਦੇ ਅੰਦਰ ਹੈਡ ਸੈਕਸ਼ਨ ਦੇ ਅੰਦਰ ਸਟਾਈਲ ਟੈਗ ਦੇ ਅੰਦਰ ਵੀ ਕੋਡਿੰਗ ਕਰ ਸਕਦੇ ਹਾਂ so let's create a separate CSS file ਕਿਉਂਕਿ ਅਸੀਂ ਇਸ ਨੂੰ ਇੱਕ ਰੀਅਲ ਐਪਲੀਕੇਸ਼ਨ ਦੀ ਤਰ੍ਹਾਂ ਬਣਾ ਰਹੇ ਹਾਂ so I'll try to separate HTML CSS and JavaScript code. So CSS file, let's create a CSS file. So this is calculator style. तो इसलिए मैं इसका नाम calcstyle.css रख रही हूँ so that later on I can find out कि this is my calculator CSS file. So calculator style ਨੂੰ now I will link with calculator.html. ਉਸ style ਨੂੰ link ਕਰਨ ਦੇ ਲਈ ਅਸੀਂ link tag ਲਗਾ ਕੇ CSS file ਦੇ ਨਾਲ link ਕਰਾਂਗੇ. Link this is the file. I'm going to link it with calculator style.css. So ਫਾਈਲ ਦੀ ਲਿੰਕਿੰਗ ਹੋ ਗਈ ਹੈ ਸਭ ਤੋਂ ਪਹਿਲੇ ਤੇ ਇਸ ਦੀ ਬੋਡੀ ਦਾ ਬੈਕਗ੍ਰਾਉਂਡ ਕਲਰ ਚੇਂਜ ਕਰਨਾ ਹੈ ਕਿਉਂਕਿ ਅਸੀਂ ਦੇਖਿਆ ਕਿ ਜੋ ਆਊਟਪੁੱਟ ਸਾਨੂੰ ਚਾਹੀਦੀ ਹੈ ਉਸ ਦੇ ਵਿੱਚ ਸਿੰਗਲ ਕਲਰ ਨਹੀਂ ਯੂਜ਼ ਕੀਤਾ ਹੋਇਆ this is the gradient type you can see there is a variation from one color to the other color so ਦੋਨੋਂ ਕਲਰ ਅਸੀਂ ਯੂਜ਼ ਕਰਨੇ ਨੇ ਉਹਨਾਂ ਦੀ ਵੇਰੀਏਸ਼ਨ ਦੇਣੀ ਹੈ so ਉਸ ਦੇ ਲਈ ਅਸੀਂ gradient यूज करांगे सो सब तो पहले ਅਸੀਂ body ਨੂੰ ਸਟਾਈਲ ਕਰਦੇ ਹਾਂ ਔਰ body ਨੂੰ ਸਟਾਈਲ ਕਰਨ ਦੇ ਲਈ ਇਸ ਦਾ ਬੈਕਗ੍ਰਾਉਂਡ ਕਲਰ ਜੋ ਹੈ ਉਹ ਸਪੈਸੀਫਾਈ ਕਰਨਾ ਹੈ ਬੈਕਗ੍ਰਾਉਂਡ ਕਲਰ ਦੇ ਲਈ ਅਸੀਂ ਲੀਨੀਅਰ ਗ੍ਰੇਡੀਐਂਟ ਯੂਜ਼ ਕਰਾਂਗੇ ਸੋ ਜਦੋਂ ਅਸੀਂ ਬੈਕਗ੍ਰਾਉਂਡ ਦੇ ਵਿੱਚ ਲੀਨੀਅਰ ਗ੍ਰੇਡੀਐਂਟ ਲਗਾਉਣਾ ਹੈ then we will not use here background property we'll use here background only background linear gradient ਔਰ linear gradient ਦੇ ਵਿੱਚ ਬੇਸਿਕਲੀ ਅਸੀਂ ਦੋ ਕਲਰਸ ਸਪੈਸੀਫਾਈ ਕਰਨੇ ਹੁੰਦੇ ਨੇ ਜਿਨ੍ਹਾਂ ਦੋ ਕਲਰਸ ਦੇ ਵਿੱਚ ਲੀਨੀਅਰ ਗ੍ਰੇਡੀਐਂਟ ਸਪੈਸੀਫਾਈ ਹੋਏ ਸੋ ਉਹਨਾਂ ਦੋਨੋਂ ਕਲਰਸ ਨੂੰ ਅਸੀਂ ਉਹਨਾਂ ਦਾ ਕੋਡ ਲਿਖ ਰਹੇ ਹਾਂ this is the first color ਔਰ ਇਹ ਹੈ ਉਸ ਸੈਕੰਡ ਕਲਰ ਦਾ ਕੋਡ ਹੈਕਸਾਡੈਸੀਮਲ ਕੋਡ ਦੇ ਅੰਦਰ ਅਸੀਂ ਉਸ ਨੂੰ ਸਪੈਸੀਫਾਈ ਕਰ ਦਿੱਤਾ ਸੋ ਇਸ ਦੇ ਅੰਦਰ ਥਰਡ ਐਟਰੀਬਿਊਟ ਲਗਾਉਣ ਤੋਂ ਪਹਿਲੇ ਯੂ ਕੈਨ ਚੈੱਕ ਕਿ ਲੀਨੀਅਰ ਗ੍ਰੇਡੀਐਂਟ ਸਿੰਪਲੀ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਸੋ this is linear gradient ਸੋ ਦੋਨੋਂ ਕਲਰਸ ਤੇ ਆ ਗਏ ਬਟ ਇਹ ਆਟੋਮੈਟਿਕਲੀ ਰਿਪੀਟ ਹੋ ਰਹੇ ਨੇ ਸੋ ਮੈਂ ਇਹਨੂੰ ਕਿਸੇ ਐਂਗਲ ਦੇ ਉੱਪਰ ਕਰਾਂਗੀ ਸੋ ਦੈਟ ਟ੍ਰਾਂਜੀਸ਼ਨ ਜੋ ਹੈ ਉਹ ਸਮੂਥ ਹੋ ਜਾਏ one color to other color so I'll use some degree or suppose I'm using here 670 degree angle ਦੇ ਉੱਪਰ ਅਸੀਂ ਵੇਰੀਏਸ਼ਨ ਜੋ ਹੈ ਉਹ ਦੇਣੀ ਹੈ ਸੋ ਪਹਿਲਾ ਐਟਰੀਬਿਊਟ ਅਸੀਂ ਲੀਨੀਅਰ ਗ੍ਰੇਡੀਐਂਟ ਦੇ ਵਿੱਚ ਉਹ ਸਪੈਸੀਫਾਈ ਕਰ ਦਾਂਗੇ ਨਾਓ ਸੀ this is a smooth transition from one color to other color ਇਹ ਲੀਨੀਅਰ ਗ੍ਰੇਡੀਐਂਟ ਹੈ ਜਿਸ ਤਰੀਕੇ ਨਾਲ ਕੰਮ ਕਰ ਰਿਹਾ ਔਰ ਉਸ ਤੋਂ ਬਾਅਦ ਵਿੱਚ ਹੁਣ ਅਸੀਂ ਆਉਂਦੇ ਹਾਂ ਬੇਸਿਕਲੀ ਇਸ ਤੇ ਫੌਂਟ ਨੂੰ ਵੀ ਚੇਂਜ ਕਰਦੇ ਹਾਂ ਫੌਂਟ ਸਟਾਈਲ ਫੌਂਟ ਫੈਮਿਲੀ ਆਈ ਐਮ ਗੋਇੰਗ ਟੂ ਚੇਂਜ ਟੂ Arial ਸੋ ਬੋਡੀ ਦੇ ਸਟਾਈਲਿੰਗ ਹੋ ਗਈ ਹੈ ਉਸ ਤੋਂ ਬਾਅਦ ਵਿੱਚ ਅਸੀਂ ਕੈਲਕੂਲੇਟਰ ਕਲਾਸ ਨੂੰ ਸਟਾਈਲ ਕਰਨਾ ਹੈ ਕੈਲਕੂਲੇਟਰ ਕਲਾਸ ਦੇ ਵਿੱਚ ਸਾਡੇ ਕੋਲ h2 ਹੈ ਇਨਪੁਟ ਬਾਕਸਸ ਹੈ ਔਰ ਬਟਨਸ ਹੈ ਜੋ ਕਾਮਨ ਸਟਾਈਲ ਹੋਏਗਾ ਉਹ ਅਸੀਂ ਕੈਲਕੂਲੇਟਰ ਕਲਾਸ ਦੇ ਵਿੱਚ ਕਰਾਂਗੇ ਸਭ ਤੋਂ ਪਹਿਲੇ ਤੇ ਅਸੀਂ ਇਸ ਨੂੰ ਇੱਕ ਬਾਕਸ ਦੇ ਵਿੱਚ ਕੰਟੇਨ ਕਰਨਾ ਚਾਹੁੰਦੇ ਹਾਂ ਤਾਂ ਉਹ ਬਾਕਸ ਬਣਾਵਾਂਗੇ ਔਰ ਬਾਕਸ ਬਣਾਉਣ ਲਈ the basic thing is ਕਿ ਇਸ ਨੂੰ ਅਸੀਂ ਕੋਈ width ਅਸਾਈਨ ਕਰੀਏ let's assume this is 300 pixel ਔਰ ਇਸ ਦਾ और इस नु बैकग्राउंड कलर असाइन करिए बैकग्राउंड कलर दे रही हाँ मैं वाइट और टेक्स्ट का कलर भी चेंज कर देंगे हाँ टेक्स्ट का कलर इज समथिंग लिटिल डार्कर कुछ इस तरीके का कलर यूज कर रहे हैं now let's check yes now we need to specify its margin and padding value so that के corners ਦੇ ਨਾਲ ਜੋ ਬਿਲਕੁਲ ਟੱਚ ਹੋ ਰਿਹਾ ਹੈ ਉਹ ਚੀਜ਼ ਨਾ ਰਹੇ तो center ਦੇ ਵਿੱਚ ਲੈ ਕੇ ਆਉਣ ਦੇ ਲਈ ਇੱਕ ਤੇ ਇਸ ਦਾ margin ਜੋ ਹੈ ਉਸ ਨੂੰ ਅਸੀਂ ਕੁਝ 150 ਪਿਕਸਲ कर रही हाँ मैं और नाल ही 150 पिक्सल ऑटो सो दैट ये सेंटर च आ जाए और पैडिंग वैल्यू दे रही हाँ सारी साइड तो 30 पिक्सल नाउ दिस इज इन द सेंटर दिस इज नाउ दिस लुक्स क्वाइट बेटर ਤੇ ਉੱਪਰ ਇੱਕ ਸ਼ੈਡੋ ਦੀ ਵੈਲਿਊ ਵੀ ਆ ਰਹੀ ਹੈ ਬਾਰਡਰ ਰੇਡੀਅਸ ਵੀ ਹੈ ਨਾਓ ਵੀ ਵਿਲ ਅਸਾਈਨ ਦਿਸ ਕਾਈਂਡ ਆਫ ਪ੍ਰੋਪਰਟੀ ਸੋ ਇਸ ਨੂੰ ਅਸੀਂ ਬਾਰਡਰ ਸਭ ਤੋਂ ਪਹਿਲੇ ਇਸ ਨੂੰ ਅਸੀਂ ਬਾਰਡਰ ਰੇਡੀਅਸ ਅਸਾਈਨ ਕਰਦੇ ਹਾਂ ਬਾਰਡਰ ਰੇਡੀਅਸ ਜੋ ਕਾਰਨਰਸ ਨੂੰ ਕੱਟ ਕਰ ਦੇਗਾ ਅਰਾਊਂਡ 10 ਪਿਕਸਲ ਦੇ ਆਸ-ਪਾਸ ਔਰ ਟੈਕਸਟ ਨੂੰ ਸੈਂਟਰ ਦੇ ਵਿੱਚ ਲੈ ਆਉਂਦੇ ਹਾਂ ਟੈਕਸਟ ਅਲਾਈਨਮੈਂਟ is center ਔਰ ਨਾਲ ਹੀ ਬਾਕਸ ਨੂੰ ਇੱਕ ਸ਼ੈਡੋ ਦੇਣੀ ਹੈ ਸੋ ਬਾਕਸ ਸ਼ੈਡੋ ਪ੍ਰੋਪਰਟੀ ਯੂਜ਼ ਕਰਾਂਗੇ ਬਾਕਸ ਸ਼ੈਡੋ
ਕਿੰਨੀ ਸ਼ੈਡੋ ਅਸੀਂ ਦੇਣਾ ਚਾਹੁੰਦੇ ਹਾਂ ਔਰ ਕਿਸ ਕਲਰ ਦੀ ਸ਼ੈਡੋ ਦੇਣੀ ਹੈ। ਸੋ ਸਾਰੀ ਸਾਈਡ ਤੇ ਵੀ ਦੇ ਸਕਦੇ ਹੋ ਔਰ ਮੈਂ ਇਸ ਨੂੰ ਗ੍ਰੇ ਕਲਰ ਦੀ ਸ਼ੇਡਿੰਗ ਜੋ ਹੈ ਉਹ ਅਸਾਈਨ ਕਰ ਦਿੱਤੀ ਹੈ। ਨਾਓ ਲੈਟਸ ਚੈੱਕ ਦੀ ਆਊਟਪੁੱਟ ਕਿ ਸਾਡਾ ਜੋ ਕੈਲਕੂਲੇਟਰ ਸੀ ਉਹ ਸਟਾਈਲ ਹੋ ਗਿਆ ਕਿ ਨਹੀਂ। ਸੋ ਦਿਸ ਵਾਸ ਦਾ ਓਰੀਜਨਲ ਜਿਸ ਨੂੰ ਅਸੀਂ ਦੇਖ ਕੇ ਬਣਾ ਰਹੇ ਹਾਂ ਔਰ ਇਹ ਹੈ ਸਾਡੇ ਕੈਲਕੂਲੇਟਰ ਦੀ ਸ਼ੈਡੋ ਇਸ ਸਾਈਡ ਤੇ ਨਹੀਂ ਚਾਹੀਦੀ ਮੈਨੂੰ, ਥੋੜੀ 20 ਪਿਕਸਲ ਇਜ਼ ਓਕੇ ਬਟ ਆਈ ਵਾਂਟ ਇਟ ਔਨ ਦ ਅਦਰ ਸਾਈਡ। ਸੋ ਲੈਟਸ change it to 2 pixel 0 and then 20 pixel. Let's check it now. So yes, now this is showing us shadow. So जो container सी div ਦੇ ਨਾਲ ਉਹ ਤੇ style ਹੋ ਗਿਆ ਹੈ। Now let's come to the input boxes and then buttons. Input boxes ਦਾ size ਅਸੀਂ set ਕਰਨਾ ਹੈ ਔਰ ਇਹਨਾਂ ਦੇ ਵਿੱਚ ਸਾਡੇ ਕੋਲ ਜੋ ਹੈ padding ਜਦੋਂ ਅਸੀਂ ਉਸ ਤੇ click ਕਰ ਰਹੇ ਹਾਂ ਇਸ ਦੀ border ਜੋ ਹੈ darker color ਦਾ ਹੋ ਰਿਹਾ ਹੈ। Then we can write some text in it ਔਰ ਇਸ ਦੇ ਵਿੱਚ ਸਾਨੂੰ ਇਸ ਦੇ ਸਾਈਜ਼ ਦੇ ਉੱਪਰ ਕੰਮ ਕਰਨਾ ਪਏਗਾ ਔਰ ਇਸ ਨੂੰ ਸਟਾਈਲ ਕਰ। Now let's style our text boxes ਜਿਨ੍ਹਾਂ ਦੇ ਵਿੱਚ ਅਸੀਂ ਨੰਬਰਸ ਨੂੰ ਐਂਟਰ ਕਰਨਾ ਹੈ। ਸੋ ਆਪਣੇ ਇਨਪੁਟ ਬਾਕਸਸ ਨੂੰ ਸਟਾਈਲ ਕਰਨ ਲਈ ਅਸੀਂ ਇਨਪੁਟ ਨੂੰ ਸਟਾਈਲ ਕਰਾਂਗੇ ਔਰ ਸਭ ਤੋਂ ਪਹਿਲੇ ਜੋ ਸਟਾਈਲ ਕਰਨਾ ਹੈ ਉਹ ਹੈ ਉਸ ਦੀ ਵਿਡਥ। ਸੋ ਵਿਡਥ ਅਸੀਂ ਉਸ ਦੇ ਬਾਕਸ ਦੇ ਅੰਦਰ ਹੀ ਰਹਿਣਾ ਹੈ, ਇਸ ਲਈ ਵਿਡਥ ਨੂੰ ਦੇ ਰਹੀ ਹਾਂ ਮੈਂ 90%। ਸੋ ਵਿਡਥ 90% ਹੋ ਜਾਏਗੀ। ਪੈਡਿੰਗ ਔਰ ਮਾਰਜਿਨ ਵੈਲਿਊ ਸਪੈਸੀਫਾਈ ਕਰਨੀ ਹੈ। ਪੈਡਿੰਗ 8 ਪਿਕਸਲ then let's give margin। so top bottom ਦਾ ਜੋ ਮਾਰਜਿਨ ਹੈ ਥੋੜਾ ਜ਼ਿਆਦਾ ਚਾਹੀਦਾ ਹੈ ਇਸ ਲਈ ਮੈਂ ਉਸਨੂੰ ਕੁਝ 6 ਪਿਕਸਲ ਔਰ ਲੈਫਟ ਰਾਈਟ ਤੇ 0 ਹੀ ਸਪੈਸੀਫਾਈ ਕਰ ਰਹੀ ਹਾਂ। ਔਰ ਇੱਕ ਚੀਜ਼ ਸੀ ਜਿਹੜੀ ਅਸੀਂ ਬਾਰਡਰ ਸਪੈਸੀਫਾਈ ਕਰਨਾ ਹੈ। ਬਾਰਡਰ 1 ਪਿਕਸਲ ਸੋਲਿਡ ਔਰ ਕੁਝ ਗ੍ਰੇ ਕਲਰ ਟਾਈਪ ਦਾ ਹੈ। ਸੋ ਉਸ ਦੇ ਲਈ ਮੈਂ ਹੈਕਸਾਡੈਸੀਮਲ ਕੋਡ ਯੂਜ਼ ਕਰ ਰਹੀ ਹਾਂ HCCC। ਸੋ ਨਾਓ ਆਈ ਥਿੰਕ ਆਰ ਇਨਪੁਟ ਬਾਕਸਸ ਆਰ ਸਟਾਈਲਡ। yes they look better। तो ਸਾਡੇ input boxes भी जो ਨੇ ਉਹ ਸਟਾਈਲ ਹੋ ਚੁੱਕੇ ਨੇ। now let's come to these buttons। so ਜਾਂ ਸਾਡੇ ਕੋਲ ਜੋ ਸਿੰਬਲਸ ਨੇ ਪਲੱਸ ਮਾਈਨਸ ਮਲਟੀਪਲੀਕੇਸ਼ਨ ਐਂਡ ਡਿਵੀਜ਼ਨ ਅਸੀਂ ਇਹਨਾਂ ਨੂੰ ਸਟਾਈਲ ਕਰਨਾ ਹੈ। let's check these are the buttons। now we have to style these buttons। so buttons ਨੂੰ ਸਟਾਈਲ ਕਰਨਾ ਹੈ। buttons ਦੇ ਅੰਦਰ ਅਸੀਂ buttons ਕਲਾਸ ਦਿੱਤੀ ਹੋਈ ਹੈ ਔਰ ਉਸ ਤੋਂ ਬਾਅਦ ਵਿੱਚ ਹਰ ਇੱਕ ਬਟਨ ਨੂੰ ਸਟਾਈਲ ਕਰ ਰਹੇ ਹਾਂ। so ਇਸ ਨੂੰ ਸਟਾਈਲ ਕਰਨ ਦੇ ਲਈ how we will select these elements। so we are going to do this buttons and then each button। ਸੋ ਇਸ ਤਰੀਕੇ ਨਾਲ ਅਸੀਂ ਬਟਨਸ ਨੂੰ ਸਟਾਈਲ ਕਰਾਂਗੇ। ਡਾਟ ਬਟਨਸ ਯੂਜ਼ ਕਰ ਰਹੇ ਹਾਂ ਬਿਕਾਜ਼ ਡਾਟ ਬਟਨਸ ਇਜ਼ ਅ ਕਲਾਸ ਔਰ ਉਸ ਦੇ ਅੰਦਰ ਹਰ ਇੱਕ ਬਟਨ ਨੂੰ ਅਸੀਂ ਸਟਾਈਲ ਕਰਾਂਗੇ। ਤੋ ਸਭ ਤੋਂ ਪਹਿਲੀ ਚੀਜ਼ ਜੋ ਅਸੀਂ ਬਟਨ ਨੂੰ ਸਟਾਈਲ ਕਰਨ ਦੇ ਲਈ ਦੇਖੀ ਹੈ ਕਿ ਸਾਡੇ ਬਟਨਸ ਕਿਸ ਤਰੀਕੇ ਦੇ ਹੋਣੇ ਚਾਹੀਦੇ ਨੇ। ਬਟਨ ਦੀ ਵਿਡਥ ਔਰ ਹਾਈਟ ਦੇ ਉੱਪਰ ਕੰਮ ਕਰਨਾ ਹੈ। ਬਟਨ ਦੀ ਵਿਡਥ ਦੇ ਉੱਪਰ ਕੰਮ ਕਰਨਾ ਹੈ। ਉਸ ਦਾ ਬੈਕਗ੍ਰਾਉਂਡ ਕਲਰ ਜੋ ਕਲਰ ਦੇ ਵਿੱਚ ਜੋ ਫੌਂਟ ਕਲਰ ਆ ਰਿਹਾ ਹੈ ਟੈਕਸਟ ਦਾ ਕਲਰ ਉਸ ਨੂੰ ਚੇਂਜ ਕਰਨਾ ਹੈ ਔਰ ਇਹ ਚੀਜ਼ ਕੰਮ ਕਰਦੇ ਹਾਂ ਮਾਰਜਿਨ ਔਰ ਪੈਡਿੰਗ ਵੈਲਿਊ। ਤੋ ਸਭ ਤੋਂ ਪਹਿਲੇ ਇਸ ਨੂੰ ਇੱਕ ਬੈਕਗ੍ਰਾਉਂਡ ਕਲਰ ਦੇ ਦਿੰਦੇ ਹਾਂ। let's give them a background color specify ਕਰ ਦਿੱਤਾ ਬਟਨ ਦਾ ਔਰ ਨਾਲ ਹੀ ਇਸ ਨੂੰ ਕੁਝ width ਦਿੰਦੇ ਆ। ਸੋ ਮੇਰੇ ਕੋਲ 4 ਬਟਨ ਨੇ 300 ਪਿਕਸਲ ਟੋਟਲ width ਲਈ ਸੀ। ਸੋ I'm taking width to 60 ਪਿਕਸਲ ਔਰ ਇਸ ਦੇ ਨਾਲ ਹੀ ਮੈਂ ਇਸ ਦਾ ਜੋ ਟੈਕਸਟ ਦਾ ਕਲਰ ਹੈ ਉਸ ਨੂੰ ਚੇਂਜ ਕਰ ਰਹੀ ਹਾਂ to white। ਟੈਕਸਟ ਕਲਰ is white। ਬਟਨ ਦੇ ਉੱਪਰ ਜੋ ਕਲਰ ਆ ਰਿਹਾ ਸੀ ਥੋੜੀ ਹਾਈਟ ਵੀ ਇਨਕਰੀਜ਼ ਕਰਨੀ ਹੈ ਆਪਣੇ ਬਟਨਸ ਦੀ 40 ਪਿਕਸਲ ਐਂਡ ਕੁਝ ਮਾਰਜਿਨ ਸਪੈਸੀਫਾਈ ਕਰਦੇ ਹਾਂ 5 ਪਿਕਸਲ ਦਾ। then we'll check ਕਿ ਕਿਸ ਤਰੀਕੇ ਨਾਲ ਆ ਰਿਹਾ ਹੈ। yes this is our calculator। so font size I think is small otherwise it is okay। so font size ਥੋੜਾ ਇਸ ਕੈਲਕੂਲੇਟਰ ਦੇ ਵਿੱਚ ਲਾਰਜ ਆ ਰਿਹਾ ਹੈ। ਸਾਡੇ ਕੈਲਕੂਲੇਟਰ ਦੇ ਵਿੱਚ font size as it is small ਆ ਰਿਹਾ ਹੈ। so I'll change the font size as well। तो font size ਨੂੰ ਵੀ change ਕਰ ਰਹੇ ਹਾਂ। change it to 18 pixel। yes this looks now better। now let's style this clear button। so clear button ਨੂੰ style ਕਰਨ ਦੇ ਲਈ ਅਸੀਂ ਔਰ ਇਸ ਤੇ hover ਦੇ ਉੱਪਰ ਵੀ ਲਗਾਇਆ ਹੈ। clear button ਤੇ ਜਾਣ ਤੋਂ ਪਹਿਲੇ ਅਸੀਂ ਇਹਦੇ hover ਦੇ ਉੱਪਰ ਵੀ ਇਸ ਦਾ text color change ਜੋ background color ਹੈ ਉਹ change ਕਰਨਾ ਹੈ। so button ਦੇ ਉੱਪਰ ਜਦੋਂ ਅਸੀਂ hover ਕਰੀਏ ਉਸ time ਤੇ ਸਾਡਾ background color change ਹੋਣਾ ਚਾਹੀਦਾ ਹੈ। hover ਜ਼ਿਆਦਾ CSS ਨੂੰ ਡਿਟੇਲ ਦੇ ਵਿੱਚ ਦੇਖਣ ਦੇ ਲਈ ਕਿਉਂਕਿ ਇੱਥੇ ਮੈਂ CSS ਨੂੰ as it is ਇੰਨਾ explain ਨਹੀਂ ਕਰ ਰਹੀ because already we have done the CSS part। so you can watch the CSS videos starting from the link ਜੋ ਸਾਡੇ ਕੋਲ ਉੱਪਰ ਆ ਰਿਹਾ ਹੈ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ CSS ਨੂੰ ਸਟਾਰਟਿੰਗ ਤੋਂ ਦੇਖ ਸਕਦੇ ਹੋ। so hover ਕਰਨ ਤੇ background color
ਬਟਨ ਦਾ ਚੇਂਜ ਕਰਨਾ ਹੈ। ਸੋ ਬੈਕਗ੍ਰਾਉਂਡ ਕਲਰ ਹੈ ਕੁਝ ਗ੍ਰੀਨ ਦਾ, ਬੈਕਗ੍ਰਾਉਂਡ ਕਲਰ ਸਪੈਸੀਫਾਈ ਕਰ ਦਿੱਤਾ, ਉਸ ਤਰ੍ਹਾਂ ਦਾ ਹੀ ਕੁਝ ਗ੍ਰੀਨ ਕੋਡ ਅਸੀਂ ਕਾਪੀ ਲਗਾ ਦਿੱਤਾ ਹੈ। ਸੋ ਲੈਟਸ ਚੈੱਕ ਕਿ ਹੋਵਰ ਕਰਨ ਦੇ ਉੱਪਰ ਦਿਸ ਇਜ਼ ਵਰਕਿੰਗ ਨਾਓ। ਯੈਸ, ਨਾਓ ਲੈਟਸ ਕਮ ਟੂ ਦ ਕਲੀਅਰ ਬਟਨ। ਸੋ ਕਲੀਅਰ ਬਟਨ ਨੂੰ ਅਸੀਂ ਸਭ ਤੋਂ ਪਹਿਲੇ ਰੈਫਰ ਕਰਾਂਗੇ ਕਿਸ ਤਰੀਕੇ ਦੇ ਨਾਲ, ਕਿਉਂਕਿ ਇਹ ਵੀ ਸਾਡਾ ਬਟਨ ਹੈ ਔਰ ਇਸ ਨੂੰ ਅਸੀਂ ਆਈਡੀ ਦਿੱਤੀ ਹੈ CLR ਬਟਨ। ਸੋ ਕਲੀਅਰ ਬਟਨ ਨੂੰ ਕੋਡਿੰਗ ਜੋ ਹੈ ਦੀ CSS ਪਾਰਟ, ਸੋ ਉਸ ਦੇ ਲਈ ਅਸੀਂ CLR BTN ਜਿਸ ਦੇ ਨਾਲ ਅਸੀਂ ਉਹਨੂੰ ਰੈਫਰ ਕਰਾਂਗੇ। ਸੋ ਕਲੀਅਰ ਬਟਨ ਨੂੰ ਅਸੀਂ ਯੈਸ this is how we are going to refer this clear button। तो clear button ਅਗਰ ਅਸੀਂ ਦੇਖੀਏ ਕਿ ਜਿਸ ਨੂੰ ਅਸੀਂ ਦੇਖ ਕੇ ਬਣਾ ਰਹੇ ਹਾਂ, ਜਿਸ ਤਰ੍ਹਾਂ ਦਾ CSS ਸਾਨੂੰ ਚਾਹੀਦਾ ਹੈ, ਉਸ ਦੇ ਵਿੱਚ clear button ਪੂਰੇ ਦੀ ਪੂਰੀ ਸਪੇਸ ਲੈ ਰਿਹਾ ਹੈ ਔਰ ਨਾਲ ਹੀ ਉਸ ਦਾ ਬੈਕਗ੍ਰਾਉਂਡ ਕਲਰ, ਫੌਂਟ weight ਚੇਂਜ ਕਰਨਾ ਹੈ। ਸੋ ਸਭ ਤੋਂ ਪਹਿਲੇ ਇਸ ਦੀ width ਜੋ ਹੈ ਉਸ ਨੂੰ ਅਸੀਂ ਕਰ ਰਹੇ ਹਾਂ 100%, ਇਸ ਦੀ width ਨੂੰ ਕਰਕੇ 100%, ਇਸ ਦਾ ਫੌਂਟ ਦਾ ਕਲਰ ਜੋ ਹੈ ਉਸ ਨੂੰ ਚੇਂਜ ਕਰਾਂਗੇ ਜੋ ਆਲਰੇਡੀ ਅਸੀਂ ਕਲਰ ਸਪੈਸੀਫਾਈ ਕੀਤਾ ਸੀ ਇਨ ਦਾ ਡਾਰਕਰ ਬਲੂ, ਔਰ ਸਾਡੇ ਕੋਲ ਇਸ ਦਾ ਬੈਕਗ੍ਰਾਉਂਡ ਕਲਰ ਵੀ ਕੁਝ ਡਿਫਰੈਂਟ ਹੈ। ਸੋ ਇਸ ਦੇ ਬੈਕਗ੍ਰਾਉਂਡ ਕਲਰ ਨੂੰ ਮੈਂ ਕੁਝ LS ਬਲੂ ਕਲਰ ਦੇ ਨਾਲ ਦੇ ਰਹੀ ਹਾਂ ਔਰ ਨਾਲ ਹੀ ਇਸ ਦਾ ਫੌਂਟ weight ਜੋ ਹੈ ਬਿਕੋਜ਼ ਦਿਸ ਵਾਸ ਕਮਿੰਗ ਇਨ ਬੋਲਡ, ਸੋ ਇਸ ਨੂੰ ਥੋੜਾ ਬੋਲਡ ਕਰ ਰਹੇ ਹਾਂ। ਲੈਟਸ ਚੈੱਕ, ਦਿਸ ਇਜ਼ ਆਰ ਮਾਰਜਨ ਟॉप देना पड़ेगा और इसकी थोड़ी पैडिंग वैल्यू इंक्रीज करनी पड़ेगी ਜਾਂ ਮਾਰਜਨ ਵੈਲਿਊ ਜੋ ਹੈ ਉਹ ਇਨਕਰੀਜ਼ ਕਰਨਾ ਪਏਗਾ ਔਰ ਇਸ ਨੂੰ ਮਾਰਜਨ ਸਪੈਸੀਫਾਈ ਕਰਦੇ ਹਾਂ। ਸਿਰਫ ਟੌਪ ਤੋਂ ਹੀ ਮਾਰਜਨ ਸਾਨੂੰ ਚਾਹੀਦਾ ਹੈ, ਇਸ ਲਈ ਮਾਰਜਨ ਟੌਪ ਵੀ ਲਿਖ ਸਕਦੇ ਹਾਂ। ਲੈਟਸ ਗਿਵ ਇਟ ਸਮ 10 ਪਿਕਸਲ ਮਾਰਜਨ ਫਰਮ ਦ ਟੌਪ ਔਰ ਉਸ ਦੇ ਨਾਲ ਹੀ ਇਸ ਨੂੰ ਕੁਝ ਪੈਡਿੰਗ ਦੀ ਵੈਲਿਊ ਦੇ ਰਹੇ ਹਾਂ। ਪੈਡਿੰਗ ਇਜ਼ 10 ਪਿਕਸਲ। ਨਾਓ ਦਿਸ ਇਜ਼ ਓਕੇ। तो इसका जो बॉर्डर आ रहा है ਸਾਨੂੰ वो बॉर्डर भी नहीं चाहिए। लेट्स चेक इज देयर एनी बॉर्डर, yes there is no border, so ਅਸੀਂ ਇਸ ਦੇ border ਨੂੰ ਵੀ ਹਟਾਣਾ ਹੈ। so none, border ਨੂੰ ਹਟਾ ਦਿੱਤਾ ਹੈ ਔਰ ਨਾਲ ਹੀ ਅਸੀਂ clear ਬਟਨ ਤੇ ਹੋਵਰ ਕਰਨ ਤੇ ਕਲਰ ਵੀ ਚੇਂਜ ਕਰਨਾ ਹੈ। ਜਦੋਂ ਹੀ ਅਸੀਂ ਮਾਊਸ ਹੋਵਰ ਕਰੀਏ ਇਸ ਬਟਨ ਦੇ ਉੱਪਰ ਕਲੀਅਰ ਬਟਨ ਐਂਡ ਮਾਊਸ ਹੋਵਰ ਕਰਨ ਦੇ ਉੱਪਰ, ਉਸ ਤੋਂ ਬਾਅਦ ਵਿੱਚ ਇਸ ਦਾ ਜੋ ਬੈਕਗ੍ਰਾਉਂਡ ਕਲਰ ਹੈ ਉਸ ਨੂੰ ਅਸੀਂ ਕੁਝ ਰੈੱਡ ਕਲਰ ਦੀ ਵੇਰੀਏਸ਼ਨ ਦੇ ਵਿੱਚ ਲੈ ਕੇ ਜਾ ਰਹੇ ਹਾਂ। ਸੋ ਮੈਰੂਨਿਸ਼ ਰੈੱਡ ਹੈ ਜਾਂ ਰੈੱਡ ਦੇ ਵਿੱਚ ਅਸੀਂ ਉਸ ਨੂੰ ਚੇਂਜ ਕਰ ਰਹੇ ਹਾਂ। ਨਾਓ ਲੈਟਸ ਚੈੱਕ, ਯੈਸ ਦਿਸ ਇਜ਼ ਮਾਈ ਕਲੀਅਰ ਬਟਨ ਔਰ ਇਹ ਹੋਵਰ ਕਰਨ ਤੇ ਚੇਂਜ ਹੋ ਰਿਹਾ ਹੈ। सारी स्टाइलिंग जो है प्रॉपर हो रही है। then we need to this is the result section। yes result section ਦੇ ਵਿੱਚ ਵੀ ਸਾਡੇ ਕੋਲ result ਜੋ ਹੈ bold ਦੇ ਵਿੱਚ ਲਿਖਿਆ ਹੋਇਆ ਹੈ। so result section ਹੈ ਸਾਡੇ ਕੋਲ ਜਿਸ ਨੂੰ ਅਸੀਂ result ਦੇ ਨਾਲ ਰੈਫਰ ਕਰ ਰਹੇ ਹਾਂ, result ID ਦੇ ਨਾਲ। so result ID ਦੇ ਨਾਲ ਅਸੀਂ again we will write here hash result ਕਿਉਂਕਿ ਇਹ ID ਹੈ ਔਰ ਇਸ ਦੇ ਅੰਦਰ ਅਸੀਂ ਇੱਕ ਤੇ ਮਾਰਜਨ ਟੌਪ ਥੋੜਾ ਜਿਹਾ ਦੂਰ ਕਰਨਾ ਹੈ ਇਹਨੂੰ ਅਗੇਨ ਜਿਸ ਤਰੀਕੇ ਨਾਲ ਅਸੀਂ ਪਹਿਲੇ ਕੀਤਾ ਸੀ, ਕੁਝ 10 ਪਿਕਸਲ ਦਾ ਮਾਰਜਨ ਦੇ ਦਿੰਦੇ ਆ ਔਰ ਨਾਲ ਹੀ ਅਸੀਂ ਇਸ ਦੇ ਉੱਪਰ ਫੌਂਟ weight ਨੂੰ ਬੋਲਡ ਕਰਨਾ ਹੈ। ਫੌਂਟ weight bold ਕਰ ਦਾਂਗੇ। so with this I guess our style is complete। now let's check, yes this is done। so ਇਹ ਹੈ ਕੈਲਕੂਲੇਟਰ ਜੋ ਅਸੀਂ ਹੁਣੇ ਸਟਾਈਲ ਕੀਤਾ ਹੈ। now it is not working yet। yes we can write numbers but जो ऑपरेशन है वो परफॉर्म नहीं हो रहा है। सो ऑपरेशन जो है we need to give brain to our application with the help of JavaScript। so CSS ਦੇ ਨਾਲ ਅਸੀਂ ਇਹਨੂੰ ਡਿਜ਼ਾਈਨ ਕਰ ਲਿਆ, HTML ਦੇ ਨਾਲ ਅਸੀਂ ਇਹਦਾ ਸਟਰਕਚਰ ਬਣਾਇਆ and now is the time to give it brain so that it can perform the calculations। so now we will write the JavaScript code। so JavaScript ਦਾ ਕੋਡ ਲਿਖਣ ਦੇ ਲਈ we will link our HTML file with the JavaScript। so ਇਸ ਦੇ body section ਦੇ end ਦੇ ਵਿੱਚ ਆ ਕੇ ਅਸੀਂ ਇਹਨੂੰ script ਦੇ ਨਾਲ ਲਿੰਕ ਕਰਦੇ ਹਾਂ ਔਰ ਉਹ script file ਜੋ ਹੈ src is equal to we need to create calculator script file। so calc script.js ਨਾਮ ਦੀ ਅਸੀਂ ਇੱਕ ਫਾਈਲ ਕ੍ਰੀਏਟ ਕਰਾਂਗੇ ਜਿਸ ਦੇ ਨਾਲ ਅਸੀਂ ਇਸ ਨੂੰ ਆਲਰੇਡੀ ਲਿੰਕ ਕਰ ਲਿਆ ਹੈ। so this is we are going to do that। so ਅਸੀਂ ਨਿਊ ਫਾਈਲ ਇਸ ਦੇ ਅੰਦਰ ਕ੍ਰੀਏਟ ਕਰ ਰਹੇ ਹਾਂ ਔਰ ਉਸ ਦਾ ਨਾਮ ਹੈ calc script.js ਔਰ ਇਸ ਦੇ ਅੰਦਰ ਅਸੀਂ ਜਾਵਾਸਕ੍ਰਿਪਟ ਦੀ ਕੋਡਿੰਗ ਕਰਾਂਗੇ। ਜਾਵਾਸਕ੍ਰਿਪਟ ਦੀ ਕੋਡਿੰਗ ਕਰਨ ਦੇ ਲਈ ਸਾਡੇ ਕੋਲ ਫਰਸਟ ਸਟੈਪ ਜੋ ਹੁੰਦਾ ਹੈ, ਅਸੀਂ ਪ੍ਰੀਵੀਅਸ ਲੈਸਨਸ ਤੋਂ ਦੇਖਦੇ ਆ ਰਹੇ ਹਾਂ ਕਿ ਸਾਡੇ ਕੋਲ ਜਿੰਨੇ ਵੀ ਇਨਪੁਟ ਐਲੀਮੈਂਟਸ ਨੇ HTML ਦੇ ਜਿਨ੍ਹਾਂ ਨੂੰ ਅਸੀਂ ਐਕਸੈਸ ਕਰਨਾ ਹੈ get element by id ਦੇ ਨਾਲ ਉਹਨਾਂ ਨੂੰ ਐਕਸੈਸ ਕਰ ਲਈਏ, ਜਿਸ ਦੇ ਵਿੱਚ ਨੰਬਰ 1 ਨੰਬਰ 2 ਐਡ ਹੋ ਰਹੇ ਨੇ, ਐਡ ਬਟਨ, ਸਬਟ੍ਰੈਕਸ਼ਨ ਬਟਨ, ਮਲਟੀਪਲੀਕੇਸ਼ਨ, div ਬਟਨ, ਕਲੀਅਰ ਬਟਨ, ਇਹ ਸਾਰਿਆਂ ਨੂੰ ਅਸੀਂ ਐਕਸੈਸ ਕਰਾਂਗੇ ਨਾਲ ਹੀ ਰਿਜ਼ਲਟ ਨੂੰ, ਕਿਉਂਕਿ ਰਿਜ਼ਲਟ ਸੈਕਸ਼ਨ ਉਹ ਹੈ ਜਿੱਥੇ ਅਸੀਂ ਰਿਜ਼ਲਟ ਨੂੰ ਡਿਸਪਲੇ ਕਰਨਾ ਹੈ। so I'm going to use get element by id and I'm going to access all these elements in JavaScript। so let variable use ਕਰਾਂਗੇ। first of all ਅਸੀਂ ਨੰਬਰ 1 ਨੂੰ ਐਕਸੈਸ ਕਰਨਾ ਹੈ। ਨੰਬਰ 1 is equal to document dot get element by id ਔਰ ਸਾਡੇ ਕੋਲ ਫਰਸਟ ਐਲੀਮੈਂਟ ਜਿਹਨੂੰ ਅਸੀਂ ਐਕਸੈਸ ਕਰ ਰਹੇ ਹਾਂ this is num1
और सिमिलरली ਅਸੀਂ ਸੈਕਿੰਡ ਨੰਬਰ ਨੂੰ ਐਕਸੈਸ ਕਰਾਂਗੇ ਨੰਬਰ 2 ਔਰ ਨੰਬਰ 2 ਦਾ ਜੋ ਆਈਡੀ ਹੈ this is num2 ਐਂਡ ਥਰਡ ਐਲੀਮੈਂਟ ਜੋ ਅਸੀਂ ਐਕਸੈਸ ਕਰਾਂਗੇ ਉਹ ਹੈ ਬਟਨਸ ਹਰ ਇੱਕ ਬਟਨ ਨੂੰ ਅਸੀਂ ਐਕਸੈਸ ਕਰਨਾ ਹੈ ਜਿਸ ਤਰੀਕੇ ਨਾਲ ਸਾਡਾ ਜੋ ਐਡ ਬਟਨ ਹੈ add button is equal to get element by id I'm going to use the same id here let me check once ਕਿ ਇਹਦੇ ਵਿੱਚ ਮੈਂ ਜੋ small ਹੀ ਸਾਰੇ letters ਪਾਏ ਹੋਏ ਨੇ so ਇਸ ਦੇ ਅੰਦਰ I need to write small add button ਔਰ similarly ਇਸੇ ਤਰੀਕੇ ਨਾਲ ਅਸੀਂ ਮੈਂ ਬਾਕੀ ਦੇ ਬਟਨ ਜਿਹੜੇ ਚਾਰ ਬਟਨਸ ਨੇ ਉਹਨਾਂ ਚਾਰੇ ਬਟਨਸ ਨੂੰ ਐਕਸੈਸ ਕਰਨਾ ਹੈ this is sub button subtraction ਦੇ ਲਈ ਹੈ sub button then third button is for multiplication MUL button is for multiplication and the next is div button ਉਸਨੂੰ access ਕਰ ਰਹੇ ਹਾਂ very soon I'll change their name as well variables ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਨੂੰ access ਕਰਾ ਰਹੇ ਹਾਂ so add button ਦੇ ਲਈ sub button ਵੀ ਹੋ ਗਿਆ और similarly div button ਉਸ ਤੋਂ ਬਾਅਦ ਵਿੱਚ ਹੈ sorry ਉਲਟਾ ਹੋ ਗਿਆ ਹੈ this is should be mul button multiplication ਦੇ ਲਈ and the last one is for div multiplication division ਦੇ ਲਈ now the clear button ਉਸ ਨੂੰ ਵੀ ਐਕਸੈਸ ਕਰ ਰਹੇ ਹਾਂ clear button ਦੇ ਲਈ I'll use here CLR button clear button ਔਰ ਉਸ ਦਾ ਜੋ ID ਸੀ ਉਹ ਸੀ CLR ਪਰ ਉੱਥੇ B small ਹੈ so ਜੋ ਤੁਸੀਂ ID ਰੱਖਿਆ ਹੋਵੇਗਾ ਉਹਦੇ ਅਕੋਰਡਿੰਗਲੀ ਹੀ ਐਕਸੈਸ ਕਰਨਾ ਹੈ and the next thing is last thing left is result section so result section ਨੂੰ ਮੈਂ result ਦੇ ਵਿੱਚ ਹੀ ਸਟੋਰ ਕਰਾ ਰਹੀ ਹਾਂ document.getElement by id ਔਰ ਉਸ section ਦਾ ਜੋ id ਸੀ ਉਹ result ਹੀ ਸੀ so this is the result now we have accessed all the elements step 1 in javascript is complete ਕਿ ਅਸੀਂ html ਦੇ ਹਰ ਇੱਕ element ਨੂੰ access ਕਰ ਲਿਆ now the second step ਹੈ ਕਿ ਜਦੋਂ ਵੀ ਸਾਡਾ ਬਟਨ ਕਲਿੱਕ ਹੋਏਗਾ ਜੋ ਵੀ ਬਟਨ ਪ੍ਰੈਸ ਹੁੰਦਾ ਹੈ ਨੰਬਰ ਐਂਟਰ ਹੋਣ ਤੋਂ ਬਾਅਦ ਵਿੱਚ ਅਸੀਂ ਉਹ ਆਪਰੇਸ਼ਨ ਪਰਫਾਰਮ ਕਰਨਾ ਹੈ ਫॉर ਐਗਜ਼ਾਮਪਲ ਅਗਰ ਸਾਡਾ add button click ਹੁੰਦਾ ਹੈ this is add button on click add button ਦੇ click ਹੋਣ ਦੇ ਉੱਪਰ ਅਸੀਂ ਨਾਲ ਹੀ ਇੱਕ ਫੰਕਸ਼ਨ ਕਾਲ ਕਰਦੇ ਹਾਂ add button is equal to on click function ਔਰ ਨਾਲ ਹੀ ਫੰਕਸ਼ਨ ਦੀ ਬੋਡੀ ਡਿਫਾਈਨ ਕਰਾਂਗੇ ਇਸ ਦੇ ਅੰਦਰ ਕੀ ਕਰਨਾ ਹੈ ਕਿ ਰਿਜ਼ਲਟ ਦੇ ਅੰਦਰ ਰਿਜ਼ਲਟ ਜੋ ਹੈ ਉਹ ਡਿਸਪਲੇ ਹੋ ਜਾਏ ਰਿਜ਼ਲਟ ਦੇ ਅੰਦਰ ਰਿਜ਼ਲਟ ਡਿਸਪਲੇ ਕਰਵਾਉਣ ਦੇ ਲਈ ਅਸੀਂ result.text content ਯੂਜ਼ ਕਰਾਂਗੇ ਟੈਕਸਟ ਕੰਟੈਂਟ ਨੂੰ ਚੇਂਜ ਕਰਨਾ ਹੈ ਔਰ ਟੈਕਸਟ ਕੰਟੈਂਟ ਕੀ ਆਣਾ ਚਾਹੀਦਾ ਹੈ ਜੋ ਨੰਬਰ 1 ਹੈ ਨੰਬਰ 1 ਡਾਟ ਵੈਲਿਊ ਪਲੱਸ ਸੈਕਿੰਡ ਨੰਬਰ ਦੀ ਵੈਲਿਊ ਐਡ ਹੋ ਜਾਏ ਜੋ ਟੈਕਸਟ ਕੰਟੈਂਟ ਹੈ ਉਸ ਦੇ ਅੰਦਰ ਕੀ ਲਿਖਿਆ ਜਾਏ ਸਭ ਤੋਂ ਪਹਿਲੇ ਤੇ ਉੱਥੇ ਲਿਖਿਆ ਜਾਏ ਰਿਜ਼ਲਟ ਔਰ ਉਸ ਤੋਂ ਬਾਅਦ ਵਿੱਚ ਨਾਲ ਅਪੈਂਡ ਹੋ ਜਾਏ ਜੋ ਸਾਡਾ ਆਨਸਰ ਹੈ ਨੰਬਰ ਦੇ ਵਿੱਚ ਕਨਵਰਟ ਕਰਨਾ ਹੈ ਅਸੀਂ ਨੰਬਰ 1 ਡਾਟ ਵੈਲਿਊ ਨੂੰ ਔਰ ਨਾਲ ਹੀ ਅਸੀਂ ਇਹਦਾ ਸਮ ਕਰਨਾ ਹੈ ਇਹਨੂੰ ਸੈਕਿੰਡ ਨੰਬਰ ਦੇ ਵਿੱਚ ਐਡ ਕਰਨਾ ਹੈ ਸੋ ਇੱਕ ਅਸੀਂ ਸਿੰਪਲ ਟਰੂ ਵੇਰੀਏਬਲਸ ਨੂੰ ਐਂਟਰ ਕੀਤਾ ਸੀ ਯੂਜ਼ਰ ਤੋਂ ਇਨਪੁਟ ਲੈਂਦੇ ਹੋਏ ਉਸ ਟਾਈਮ ਤੇ ਆਈ ਟੋਲਡ ਯੂ ਕਿ ਅਸੀਂ ਇਸ ਨੂੰ ਨੰਬਰ ਦੇ ਵਿੱਚ ਕਿਉਂ ਲਿਖਦੇ ਹਾਂ ਕਿਉਂਕਿ ਬਾਈ ਡਿਫਾਲਟ ਜੋ ਵੈਲਿਊ ਹੈ ਟੈਕਸਟ ਬਾਕਸ ਦੇ ਵਿੱਚ ਐਂਟਰ ਕੀਤੀ ਜਾਂਦੀ ਇਟ ਇਜ਼ ਟ੍ਰੀਟਡ ਐਜ਼ string तो इसलिए ਅਸੀਂ ਉਹਨੂੰ ਨੰਬਰ ਚ ਪਹਿਲੇ ਕਨਵਰਟ ਕਰਾਂਗੇ ਐਂਡ ਆਫਟਰ ਦੈਟ ਵੀ ਵਿਲ ਐਡ ਥੀਸ ਟੂ ਨੰਬਰਸ तो ਇਹ ਸਾਡਾ ਜੋ ਰਿਜ਼ਲਟ ਹੈ ਉਹ ਆਏਗਾ ਐਡ ਬਟਨ ਦੇ ਕਲਿੱਕ ਹੋਣ ਦੇ ਉੱਪਰ ਸੋ ਅਸੀਂ ਐਡ ਬਟਨ ਦੇ ਕਲਿੱਕ ਹੋਣ ਦੇ ਉੱਪਰ ਇਹ ਰਿਜ਼ਲਟ ਡਿਸਪਲੇ ਕਰਵਾਵਾਂਗੇ ਸਿਮਿਲਰਲੀ ਸਾਡਾ ਜੋ ਸਬ ਬਟਨ ਹੈ ਸਬਟ੍ਰੈਕਸ਼ਨ ਦਾ ਬਟਨ ਹੈ ਅਗਰ ਅਸੀਂ ਉਸ ਨੂੰ ਕਲਿੱਕ ਕਰੀਏ ਸੋ ਸਬ ਬਟਨ ਦੇ ਔਨ ਕਲਿੱਕ ਦੇ ਉੱਪਰ ਕਿਸ ਤਰੀਕੇ ਨਾਲ ਕੰਮ ਕਰਨਾ ਹੈ ਸੋ ਸੇਮ ਅਸੀਂ ਉਸੇ ਤਰੀਕੇ ਨਾਲ ਜੋ ਫੰਕਸ਼ਨ ਪਹਿਲੇ ਬਣਾਇਆ ਸੀ ਉਹੀ ਫੰਕਸ਼ਨ ਹੈ ਬਸ ਰਿਜ਼ਲਟ ਦੇ ਵਿੱਚ ਸਾਡੇ ਕੋਲ ਜੋ ਓਪਰੈਂਡ ਹੈ ਉਹ ऑपरेटर है वो चेंज हो जाएगा दिस इज माइनस नाउ सबट्रैक्शन दा साडे कोल रिजल्ट आ जाएगा तो थर्ड बटन है साडे को मल्टीप्लिकेशन बटन तो सिमिलरली ਅਸੀਂ थर्ड बटन ਦੀ ਕੋਡਿੰਗ ਵੀ ਉਸੇ ਤਰੀਕੇ ਨਾਲ ਕਰਨੀ ਹੈ ਤੇ ਬਸ ਆਪਰੇਟਰ ਚੇਂਜ ਕਰ ਦੇਣਾ ਹੈ ਪਲੱਸ ਦੀ ਜਗ੍ਹਾ ਤੇ ਅਸੀਂ ਮਲਟੀਪਲਾਈ ਕਰਾਂਗੇ तो फोर्थ जो ਆਪਰੇਸ਼ਨ ਹੈ ਉਹ ਹੈ ਸਾਡੇ ਕੋਲ div ਆਪਰੇਸ਼ਨ ਡਿਵਾਈਡ ਕਰਨਾ ਹੈ ਨੰਬਰਸ ਨੂੰ ਜਦੋਂ ਅਸੀਂ ਦੋਨਾਂ ਨੰਬਰਸ ਨੂੰ ਡਿਵਾਈਡ ਕਰੀਏ ਉਸ ਟਾਈਮ ਦੇ ਉੱਪਰ ਅਸੀਂ ਆਪਰੇਸ਼ਨ ਕਰ ਰਹੇ ਹਾਂ ਡਿਵੀਜ਼ਨ ਸੋ ਚਾਰੇ ਆਪਰੇਸ਼ਨ ਜੋ ਨੇ ਉਹ ਹੋ ਗਏ ਨੇ ਜਾਵਾਸਕ੍ਰਿਪਟ ਦੇ ਅੰਦਰ ਨਾਓ ਵੀ ਆਰ ਲੈਫਟ ਵਿਦ ਕਲੀਅਰ ਬਟਨ ਵੀ ਆਰ ਲੈਫਟ ਵਿਦ ਕਲੀਅਰ ਬਟਨ ਸੋ ਲੈਟਸ ਚੈੱਕ ਸਾਡਾ ਜੋ ਕੈਲਕੂਲੇਟਰ ਹੈ ਉਸ ਦੇ ਵਿੱਚ ਹੁਣ ਅਸੀਂ ਨੰਬਰ ਐਂਟਰ ਕਰ ਰਹੇ ਹਾਂ 12 and 12 click on the plus button so this is still showing us the result multiplication is okay division is okay but yes ਜੋ ਸਾਡੇ ਕੋਲ plus or minus ਹੈ ਉਸ ਦੇ ਵਿੱਚ result proper ਨਹੀਂ ਆ ਰਿਹਾ let's recheck it what we can do is ਕਿ ਇਸ ਨੂੰ ਅਸੀਂ ਅਲੱਗ ਤੋਂ ਇੱਕ ਬ੍ਰੈਕਟ ਦੇ ਵਿੱਚ ਪਾ ਕੇ ਕਿਉਂਕਿ ਉਹ string ਦੇ ਨਾਲ maybe concatenate ਕਰ ਰਹੇ ਹਾਂ that's why it is giving us some problem so let me just put it in the braces तो ਇਹਨਾਂ brackets ਦੇ ਵਿੱਚ ਪਾ ਕੇ ਹੀ ਅਸੀਂ ਸਾਰੇ result ਨੂੰ display ਕਰਵਾ ਦਿੰਦੇ ਹਾਂ so then
आई गेस कि प्रॉब्लम जो है वो नहीं आएगी. लेट्स चेक. फर्स्ट नंबर इज 13, सेकेंड नंबर इज 12. यस, नाउ इट इज वर्किंग. मल्टीप्लिकेशन, डिवीजन, दैट्स इट. So everything is working fine. Yes, division ਦੇ ਕੇਸ ਚ ਕੀ ਹੁੰਦਾ ਹੈ ਕਿ if we divide this number by 0 then result is infinity. I don't want to see this thing. Clear is also not working. So result ਜੋ ਹੈ infinity ਨਹੀਂ ਆਣਾ ਚਾਹੀਦਾ. ਉਸ ਟਾਈਮ ਤੇ ਕੀ ਆਣਾ ਚਾਹੀਦਾ ਹੈ ਕਿ 0 is not allowed in second number. So here what we can do ਕਿ result calculator ਕਰਨ ਤੋਂ ਪਹਿਲੇ we can check if this value in the number 2 is 0. ਅਗਰ ਤੇ number 2 ਦੀ ਜੋ value ਹੈ this is 0 then it should display the result dot text content जो है इस ਦੇ ਵਿੱਚ ਅਸੀਂ second number can't be 0 but can't be 0 so or 0 is not allowed. We can write this और ਇਹ result ਅਸੀਂ ਤਾਂ ਹੀ calculate ਕਰਾਂਗੇ else part ਦੇ ਅੰਦਰ. Only then we will proceed ਅਗਰ ਸਾਡੇ ਕੋਲ value ਆ ਰਹੀ. Okay, so this will go in the else part. So div button ਦੀ coding ਵੀ complete ਕਰ ਲਈ ਹੈ. Now let's come to the clear button. So clear button ਦੇ ਉੱਪਰ ਅਸੀਂ ਕਿਸ ਤਰੀਕੇ ਨਾਲ coding ਕਰਨੀ ਹੈ. Clear button is clear button dot function. Clear button ਤੇ ਸਾਡੇ ਦੋਨੋਂ ਜਿਹੜੇ ਨੇ text boxes ਉਹ ਦੋਨੋਂ ਖਾਲੀ ਹੋ ਜਾਣੇ ਚਾਹੀਦੇ ਨੇ. So ਇਸ ਲਈ ਸਾਡਾ ਜੋ first ਹੈ number 1 dot value it should be empty and similarly number 2 ਦੀ ਵੀ ਜੋ value ਹੈ ਉਹ ਖਾਲੀ ਹੋ ਜਾਣੀ ਚਾਹੀਦੀ ਹੈ. dot value is blank ਔਰ ਨਾਲ ਹੀ ਸਾਡਾ ਜੋ result section ਸੀ result dot text content ਉਸ ਦੇ ਅੰਦਰ ਲਿਖਿਆ ਜਾਣਾ ਚਾਹੀਦਾ ਹੈ only result colon. That's it. तो ये होना चाहिए है साडा clear button ਦਾ function. So let me check clear button ਤੇ CLR button. This is CLR button dot function. CLR button this is on click. So ਇਸ button ਦੇ on click ਦੇ ਉੱਪਰ ਅਸੀਂ ਇਹ function ਨੂੰ call ਕਰ ਰਹੇ ਹਾਂ. Remember to write this on click is equal to function. Yes, done. Now let's check is it working. So ਸਾਡੇ ਕੋਲ first number है then second number ਨੂੰ ਪਹਿਲੇ 0 ਕਰਕੇ ਦੇਖਦੇ ਹਾਂ और divide second number can't be 0. Okay, good. Now let's write it 12 and then divide. Result is 1. Clear? Okay. This is also working. So ਸਾਰੇ operations ਅਸੀਂ check ਕਰਕੇ ਦੇਖ ਲੈਨੇ they are working. ਸਾਰਾ result ਜੋ ਹੈ ਉਹ display ਹੋ ਰਿਹਾ ਹੈ. Now suppose ਕਿ ਅਗਰ ਅਸੀਂ ਕੋਈ ਵੀ number ਜੋ ਨੇ ਉਹ keyboard ਤੋਂ press ਕਰੀਏ ਔਰ similarly operation symbol ਨੂੰ ਵੀ ਅਸੀਂ ਅਗਰ keyboard ਤੋਂ press ਕਰੀਏ ਤੇ result ਆ ਜਾਏ ਉਸ ਦੇ ਲਈ ਸਾਨੂੰ ਇਸ ਦੇ ਉੱਪਰ keyboard events apply ਕਰਨੇ ਪੈਣਗੇ. document dot add ਇਵੈਂਟ ਲਿਸਨਰ ਦੇ ਵਿੱਚ ਜੋ ਅਸੀਂ ਇਵੈਂਟ ਲਗਾਵਾਂਗੇ ਉਹ ਹੈ ਕੀ ਡਾਊਨ ਔਰ ਨਾਲ ਹੀ ਲਿਖਾਂਗੇ ਫੰਕਸ਼ਨ ਇਵੈਂਟ ਔਰ ਇਸ ਫੰਕਸ਼ਨ ਦੇ ਅੰਦਰ ਅਸੀਂ ਚੈੱਕ ਕਰਾਂਗੇ ਕਿ ਜੇ ਤੇ ਪਲੱਸ ਬਟਨ ਪ੍ਰੈਸ ਹੋਇਆ ਹੈ तो उसनू चेक करने दे लिए किस तरीके नाल असी करांगे if event dot key is triple is equal to plus अगर plus की press हुई है फिर की होना चाहिए तो असी कोड दोबारा रीराइट नहीं करते we are reusing the code so जेड़ा function असी add button दे ऊपर call कीता सी we are going to call the same function असी add button function नू call करांगे so add button function ਨੂੰ ਕਾਲ ਕਰਨ add button dot click ਸੋ ਇਹ ਫੰਕਸ਼ਨ ਕਾਲ ਹੋ ਜਾਏਗਾ तो similarly ਅਗਰ second ਕੀ ਅਸੀਂ ਦੇਖਦੇ ਹਾਂ ਕਿ ਅਗਰ ਤੇ ਕੀ ਜੋ ਪ੍ਰੈਸ ਹੋਈ ਹੈ similarly ਅਸੀਂ ਬਾਕੀ ਕੀਜ਼ ਨੂੰ ਚੈੱਕ ਕਰ ਲਵਾਂਗੇ ਕਿ ਜੋ ਵੀ ਕੀ ਪ੍ਰੈਸ ਹੋਈ ਹੈ ਉਸ ਦੇ corresponding ਫੰਕਸ਼ਨ ਨੂੰ ਕਾਲ ਕਰ ਦਈਏ ਕਰ ਦਾਂਗੇ plus minus ਇਸ ਦੇ ਉੱਪਰ ਆ ਜਾਏਗਾ sub button सबट्रैक्शन दे बटन ਨੂੰ ਕਾਲ ਹੋ ਜਾਏ ਨੈਕਸਟ ਮਲਟੀਪਲੀਕੇਸ਼ਨ ਦੇ ਸਿੰਬਲ ਦੇ ਉੱਪਰ ਅਗਰ ਅਸੀਂ ਮਲਟੀਪਲੀਕੇਸ਼ਨ ਦਾ ਸਿੰਬਲ ਨੂੰ ਕਰਦੇ ਹਾਂ then ਮਲਟੀਪਲੀਕੇਸ਼ਨ ਵਾਲਾ ਜੋ ਅਸੀਂ ਬਣਾਇਆ ਹੈ ਫੰਕਸ਼ਨ ਉਹ ਕਾਲ ਹੋ ਜਾਏ ਸਿਮਿਲਰਲੀ div ਦੇ ਉੱਪਰ ਅਸੀਂ ਡਿਵਾਈਡ ਵਾਲੇ ਫੰਕਸ਼ਨ ਨੂੰ ਕਾਲ ਕਰ ਦਾਂਗੇ div button dot click ਔਰ ਯੈਸ ਅਗਰ ਇੱਕ ਚੀਜ਼ ਅਸੀਂ ਹੋਰ ਕਰ ਸਕਦੇ ਹਾਂ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਇਨਹਾਂਸ ਕਰ ਸਕਦੇ ਹਾਂ ਅਗਰ ਸਪੋਜ਼ ਕਰੋ escape ਕੀ ਪ੍ਰੈਸ ਹੁੰਦੀ ਹੈ So escape की अगर press ਹੁੰਦੀ ਹੈ then we can call clear button ਉਸ time ਤੇ ਸਾਡਾ ਜੋ ਉਹ clear ਦਾ function call ਹੋ ਜਾਏ This is how we can add enhance keyboard events in our application and make it more realistic. Yes, let's try this. Now the number is 12. Second number is again 12 and I'm going to press plus button. Result is 24. If I'm going to press minus, result is this. With multiplication 144. With division it is 1. So by simply pressing the keys from the keyboard and escape ਦੇ ਨਾਲ ਅਸੀਂ ਆਪਣੇ 12 ਤੋਂ ਬਾਅਦ escape ਕਰੀਏ ਤੇ clear ਦੇ ਤਾਂ ਅਸੀਂ ਦੇਖਿਆ ਕਿ ਸਾਰੇ operations ਜਿਹੜੇ ਨੇ ਉਹ perform ਹੋ ਰਹੇ ਨੇ result ਸਭ ਕੁਝ clear ਆ ਰਿਹਾ
है। So this is how we have designed a simple real working calculator. You can enhance this. ਤੁਸੀਂ ਇਸ ਨੂੰ as a minor project ਲੈ ਕੇ ਜਾ ਸਕਦੇ ਹੋ। ਹੋਰ minor project ideas ਮੈਂ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੇ ਵਿੱਚ ਦਾਂਗੀ, but this can act your mini calculator ਔਰ ਇਸ ਨੂੰ ਤੁਸੀਂ ਸਿੰਗਲ ਟੈਕਸਟ ਬਾਕਸ ਦੇ ਵਿੱਚ ਵੀ ਸਵਿਚ ਕਰ ਸਕਦੇ ਹੋ। I hope you like the video. So stay tuned ਔਰ ਜੇ ਤੁਸੀਂ playlist ਨੂੰ ਹਲੇ ਤੱਕ access ਨਹੀਂ ਕੀਤਾ, you can subscribe to the channel ਔਰ playlist ਨੂੰ access ਕਰ ਸਕਦੇ ਹੋ। Keep watching, keep learning. Have a nice day.